ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਅਵਤਾਰ ਗੁਰਪੁਰਬ ਹੈ। ਤੇ ਵੈਸੇ ਤਾਂ ਪਿਛਲੇ ਵੀਕ ਤੋਂ ਹੀ ਸੋਚਿਆ ਹੋਇਆ ਸੀਗਾ ਵੀ ਇਹ ਵੀਡੀਓ ਬਣਾਉਣੀ ਆ, ਤੇ ਕੁਦਰਤੀ ਇਹ ਜੋ ਅੱਜ ਗੱਲ ਹੋਣ ਜਾ ਰਹੀ ਹੈ ਗੁਰੂ ਰਾਮਦਾਸ ਜੀ ਦੀਆਂ ਲਾਵਾਂ ਦੇ ਨਾਲ ਵੀ ਸੰਬੰਧਿਤ ਹੈ, ਜੋ ਗੁਰੂ ਰਾਮਦਾਸ ਜੀ ਨੇ ਲਾਵਾਂ ਉਚਾਰੀਆਂ ਹਨ। ਸੋ ਆਓ ਪਹਿਲਾਂ ਤੁਹਾਨੂੰ ਸੁਣਾਈਏ ਕਿ ਢੱਡਰੀਆਂ ਵਾਲਾ ਕੀ ਕਹਿ ਰਿਹਾ। ਗੁਰਬਾਣੀ ਕਹਿੰਦੀ ਆ ਕਿ ਭੂਤ ਪ੍ਰੇਤ ਹੁੰਦੇ ਆ, ਪਰ ਢੱਡਰੀਆਂ ਵਾਲਾ ਕਹਿੰਦਾ ਨਹੀਂ ਹੁੰਦੇ। ਤੇ ਸਾਇੰਸ ਵੀ ਇਸ ਗੱਲ ਨੂੰ ਸਿੱਧ ਕਰਦੀ ਆ, ਉਹ ਵੀ ਮੈਂ ਡਿਸਕਵਰੀ ਵਾਲਿਆਂ ਦੀ ਵੀਡੀਓ ਤੁਹਾਨੂੰ ਦਿਖਾਵਾਂਗਾ, ਤੇ ਹੋਰ ਵੀ ਬਹੁਤ ਸਾਰੇ ਸਬੂਤ ਤੁਹਾਨੂੰ ਦਿਖਾਵਾਂਗਾ, ਪ੍ਰੈਕਟੀਕਲ ਵੀ ਕਰਕੇ ਦਿਖਾਵਾਂਗਾ ਕਿ ਕੁਝ ਚੀਜ਼ਾਂ ਜਿਹੜੀਆਂ ਅਸੀਂ ਅੱਖਾਂ ਦੇ ਨਾਲ ਨਹੀਂ ਦੇਖ ਸਕਦੇ ਪਰ ਉਹ ਕੈਮਰੇ ਦੇ ਵਿੱਚ ਆ ਜਾਂਦੀਆਂ ਨੇ। ਸੋ ਆਓ ਪਹਿਲਾਂ ਸੁਣੀਏ ਕਿ ਢੱਡਰੀਆਂ ਵਾਲਾ ਕੀ ਕਹਿੰਦਾ। ਆਪਾਂ ਕਹਿੰਦੇ ਆ ਬੰਦਾ ਵਿਗੜ ਕੇ ਭੂਤ ਹੈ ਤੇ ਬੰਦਾ ਸੁਧਰ ਕੇ ਦੇਵਤਾ ਹੈ। ਇਹ ਕਹਿੰਦੇ ਆ ਬੰਦਾ ਵੀ ਹੈ, ਭੂਤ ਵੀ ਹੈ, ਦੇਵਤਾ ਵੀ ਹੁੰਦੇ ਨੇ। ਬੰਦੇ ਵੀ ਹੁੰਦੇ ਨੇ, ਦੇਵਤੇ ਵੀ ਹੁੰਦੇ ਨੇ, ਭੂਤ ਵੀ ਹੁੰਦੇ ਨੇ। ਮੈਂ ਕਹਿੰਦਾ ਬੰਦਾ ਵਿਗੜ ਕੇ ਭੂਤ ਹੈ, ਸੁਧਰ ਕੇ ਦੇਵਤਾ ਹੈ। ਆਪਾਂ ਇਦਾਂ ਸਮਝਦੇ। ਸੋ ਗੁਰੂ ਪਿਆਰਿਓ, ਤੁਸੀਂ ਸੁਣ ਲਿਆ ਢੱਡਰੀਆਂ ਵਾਲਾ ਕੀ ਕਹਿੰਦਾ, ਤੇ ਨਾਲੇ ਕਹਿੰਦਾ ਜੀ ਅਸੀਂ ਇਦਾਂ ਕਹਿੰਦੇ, ਇਹ ਇਦਾਂ ਕਹਿੰਦੇ ਆ। ਅਸੀਂ ਨਹੀਂ ਇਦਾਂ ਕਹਿੰਦੇ, ਗੁਰੂ ਸਾਹਿਬ ਇਦਾਂ ਕਹਿੰਦੇ। ਜੇ ਤੂੰ ਇਦਾਂ ਦੀਆਂ ਗੱਲਾਂ ਕਰਦਾ ਨਾ, ਫਿਰ ਤੇਰਾ ਵਿਰੋਧ ਸਾਡੇ ਨਾਲ ਨਹੀਂ, ਫਿਰ ਤੇਰਾ ਵਿਰੋਧ ਗੁਰੂ ਗ੍ਰੰਥ ਸਾਹਿਬ ਤੇ ਗੁਰੂਆਂ ਦੇ ਨਾਲ ਆ। ਸੋ ਸਿੱਖਿਆ ਸਾਨੂੰ ਉਹ ਦੇਣੀ ਚਾਹੀਦੀ। ਮੈਂ ਪਿਛਲੀਆਂ ਵੀਡੀਓ 'ਚ ਵੀ ਰਿਕੁਐਸਟਾਂ ਕੀਤੀਆਂ ਸੀ ਵੀ ਜੋ ਗੁਰੂ ਸਾਹਿਬ ਨੇ ਦਿੱਤੀ ਆ, ਨਾ ਕਿ ਜੋ ਆਪਣਾ ਮਨ ਸੋਚਦਾ ਜਾਂ ਦਿਮਾਗ ਸੋਚਦਾ ਸਮਝਦਾ, ਉਹ ਸਿੱਖਿਆ ਦੇਣੀ ਚਾਹੀਦੀ ਆ। ਸੋ ਗੁਰੂ ਸਾਹਿਬ ਤੇ ਸੁਖਮਣੀ ਸਾਹਿਬ ਦੇ ਵਿੱਚ ਕਹਿੰਦੇ ਆ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ। ਹਾਂਜੀ, ਤੇ ਗੁਰੂ ਸਾਹਿਬ ਦੱਸਦੇ ਵੀ ਆ ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਪ੍ਰੇਤ ਜੋਨ ਵਲ ਵਲ ਅਵਤਰੈ। ਵੀ ਉਹ ਜੇ ਕਿਸੇ ਦਾ ਧਿਆਨ ਅੰਤ ਵੇਲੇ ਘਰ ਦੇ ਵਿੱਚ ਰਹਿ ਜਾਵੇ, ਵੀ ਮੈਂ ਕੋਠੀ ਬਣਾਈ, ਜਿਵੇਂ ਇੱਥੇ ਵਿਦੇਸ਼ਾਂ ਦੇ ਵਿੱਚ 30-35 ਸਾਲ ਦੀ ਉਮਰ ਦੇ ਲੋਕੀ ਹੁੰਦੇ ਆ ਜਦੋਂ ਘਰ ਲੈਂਦੇ ਆ, ਫਿਰ 30 ਸਾਲ ਦਾ ਲੋਨ ਹੁੰਦਾ, 30 ਸਾਲ ਪੇਡ ਆਫ ਹੁੰਦਿਆਂ ਲੱਗ ਜਾਂਦੇ। ਸੋ 60-65 ਸਾਲ ਦੀ ਉਮਰ ਹੋ ਜਾਂਦੀ ਆ, ਫਿਰ ਥੋੜ੍ਹੇ ਕੁ ਸਮੇਂ ਬਾਅਦ ਮਰ ਜਾਂਦੇ ਆ, ਤੇ ਧਿਆਨ ਘਰ ਦੇ ਵਿੱਚ ਰਹਿ ਜਾਂਦਾ ਵੀ ਹਾਏ ਮੈਂ ਤੇ ਹੁਣ ਘਰ ਲਿਆ ਸੀ ਤੇ ਹੁਣ ਤੇ ਸੁੱਖ ਲੈਣ ਦਾ ਟਾਈਮ ਸੀ, ਮੈਨੂੰ ਪੈਨਸ਼ਨ ਲੱਗੀ ਆ, ਘਰ 'ਚ ਰਹਿਣ ਦਾ ਟਾਈਮ ਸੀਗਾ, ਤੇ ਹੁਣੇ ਮੈਂ ਮਰ ਚੱਲਿਆ। ਧਿਆਨ ਘਰ ਦੇ ਵਿੱਚ ਰਹਿ ਜਾਂਦਾ। ਸੋ ਜਿਨ੍ਹਾਂ ਦਾ ਧਿਆਨ ਘਰ ਦੇ ਵਿੱਚ ਰਹਿ ਜਾਂਦਾ, ਉਹ ਅੰਤ ਵੇਲੇ ਪ੍ਰੇਤ ਦੀ ਜ਼ੋਨ ਦੇ ਵਿੱਚ ਪੈਂਦੇ ਨੇ। ਤੇ ਭੂਤ ਪ੍ਰੇਤਾਂ ਨੂੰ ਮੈਂ ਦਿਖਾਵਾਂਗਾ, ਸਾਰੇ ਸਬੂਤ ਤੁਹਾਨੂੰ ਆਲਰੇਡੀ ਦੱਸ ਚੁੱਕਾ। ਸੋ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਸਬੂਤ ਦਿਖਾਵਾਂ, ਇੱਥੇ ਇੱਕ ਗੱਲ ਕਲੀਅਰ ਕਰਨੀ ਜ਼ਰੂਰੀ ਆ, ਕਿਉਂਕਿ ਮੰਨ ਲਓ ਜਿਵੇਂ ਬੱਚੇ ਨੂੰ ਡਰਾ ਦਿੱਤਾ ਜਾਂਦਾ ਵੀ ਸ਼ੇਰ ਆ ਜਾਊਗਾ ਜਾਂ ਇੱਦਾਂ ਆ ਜਾਊਗਾ, ਜਦੋਂ ਬੱਚਾ ਜ਼ਿਆਦਾ ਹੀ ਰੋਣ ਲੱਗ ਪਵੇ ਤਾਂ ਮਾਂ ਪਿਓ ਨੂੰ ਕਹਿ ਦਿੰਦੇ ਨਹੀਂ ਨਹੀਂ ਹੈ ਨਹੀਂ ਸ਼ੇਰ, ਬਾਹਰ ਵੀ ਲੈ ਕੇ ਜਾਂਦੇ ਵੇਖ ਕਿੱਥੇ ਸ਼ੇਰ ਹੈ ਨਹੀਂ ਸ਼ੇਰ। ਹਾਂਜੀ, ਸੋ ਇੱਦਾਂ ਦੀਆਂ ਗੱਲਾਂ ਜਿਹੜੀਆਂ ਉਹਦਾ ਡਰ ਲਾਉਣ ਵਾਸਤੇ ਕੀਤੀਆਂ ਜਾਂਦੀਆਂ, ਤੇ ਪਰ ਜੇ ਉਹਦਾ ਕਿਤੇ ਸ਼ੇਰ ਨਾਲ ਸੱਚੀ ਵਾਹ ਪੈ ਗਿਆ ਤੇ ਉਹਨੇ ਤੇ ਉਸੇ ਵੇਲੇ ਹੀ ਕੰਮ ਹੋ ਜਾਣਾ ਉਹਦਾ। ਸੋ ਕਹਿਣ ਤੋਂ ਭਾਵ ਇੱਦਾਂ ਹੀ ਜੋ ਗੁਰੂ ਨੇ ਸਾਨੂੰ ਸੱਚਾਈ ਦੱਸੀ ਆ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਉਹ ਹੈਗੇ ਨੇ, ਪਰ ਇਹਨਾਂ ਤੋਂ ਬਚਣਾ ਕਿਵੇਂ ਆ ਇਹ ਸਾਨੂੰ ਦੱਸਣਾ ਚਾਹੀਦਾ ਆ। ਇਹਨਾਂ ਤੋਂ ਬਚੀਦਾ ਇੱਦਾਂ ਆ, ਇੱਕ ਤਾਂ ਪਹਿਲੀ ਗੱਲ ਇਹ ਵੀ ਜਿਵੇਂ ਮਹਾਰਾਜ ਸਾਹਿਬ ਨੇ ਗੁਰਬਾਣੀ ਦੇ ਵਿੱਚ ਕਿਹਾ ਆ, ਸ਼ਗਨ ਅਪਸ਼ਗਨ ਤੇ ਸਕਾਉ ਲੱਗਾ ਜਿਸ ਚੀਤ ਨਾ ਆਵੇ। ਵੀ ਸ਼ਗਨ ਅਪਸ਼ਗਨ ਉਹਨੂੰ ਲੱਗਦੇ ਆ ਜਿਹਨੂੰ ਪਰਮੇਸ਼ਰ ਵਾਹਿਗੁਰੂ ਚੇਤੇ ਨਾ ਆਉਂਦਾ ਹੋਵੇ, ਭਾਵ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਦਾ ਹੀ ਨਾ ਹੋਵੇ। ਸੋ ਇਹਦਾ ਮਤਲਬ ਵੀ ਸ਼ਗਨ ਅਪਸ਼ਗਨ ਇੱਦਾਂ ਦੀਆਂ ਚੀਜ਼ਾਂ ਕੋਈ ਹੁੰਦੀਆਂ ਤੇ ਉਹਨਾਂ ਨੂੰ ਲੱਗਦੀਆਂ ਆ। ਪਰ ਜਿਹਨੇ ਅੰਮ੍ਰਿਤ ਛਕਿਆ, ਗੁਰੂ ਵਾਲਾ ਰਹਿਤ ਬਹਿਤ ਰੱਖਦਾ, ਨਾ ਤੇ ਉਹਨੂੰ ਸ਼ਗਨ ਅਪਸ਼ਗਨ ਲੱਗਦੇ ਆ, ਨਾ ਹੀ ਉਹਨੂੰ ਭੂਤ ਪ੍ਰੇਤ ਕੁਝ ਕਰ ਸਕਦੇ ਆ। ਸੋ ਜਿਹੜੇ ਇਹ ਹੁਣ ਬਾਬੇ ਆ, ਕਈ ਭੂਤ ਪ੍ਰੇਤ ਕੱਢਦੇ ਆ, ਹੋਰ ਇੱਦਾਂ ਦੇ ਕੰਮ ਕਰਦੇ ਆ, ਉਹ ਕਦੀ ਨਹੀਂ ਖਤਮ ਹੋ ਸਕਦੇ ਜਿੰਨਾ ਚਿਰ ਅਸੀਂ ਲੋਕਾਂ ਨੂੰ ਸੱਚਾਈ ਨਹੀਂ ਦੱਸਦੇ, ਜਿੰਨਾ ਚਿਰ ਅਸੀਂ ਲੋਕਾਂ ਨੂੰ ਇਹ ਦੱਸਦੇ ਨਹੀਂ ਇਹਨਾਂ ਕੋਲੋਂ ਬਚਣਾ ਕਿਵੇਂ ਆ। ਕਿਉਂਕਿ ਹੁਣ ਜਿਹਦੇ ਨਾਲ ਐਕਸਪੀਰੀਅੰਸ ਹੋਇਆ, ਕੁਝ ਇੱਦਾਂ ਦਾ ਵਾਪਰਿਆ ਹੁੰਦਾ, ਉਹ ਤਾਂ ਕਦੇ ਵੀ ਨਹੀਂ ਮੰਨੇਗਾ ਵੀ ਇਹ ਚੀਜ਼ਾਂ ਨਹੀਂ ਹੁੰਦੀਆਂ। ਸੋ ਇਸ ਕਰਕੇ ਸੱਚਾਈ ਦੱਸਣ ਦੀ ਲੋੜ ਆ ਵੀ ਹੁੰਦੇ ਆ। ਬਚੀਦਾ ਕਿੱਦਾਂ? ਅੰਮ੍ਰਿਤ ਛਕ ਕੇ ਰਹਿਤ ਬਹਿਤ ਰੱਖ ਕੇ ਤਿਆਰ ਪਰ ਤਿਆਰ ਰਹਿਣਾ। ਦੂਜਾ ਕਦੀ ਵੀ ਡਰਨਾ ਨਹੀਂ, ਭਾਵੇਂ ਸਾਹਮਣੇ ਆ ਜਾਣ, ਭਾਵੇਂ ਜੋ ਮਰਜ਼ੀ ਹੋਵੇ, ਕਿਉਂਕਿ ਜਿਹੜਾ ਨਾਮ ਜਪਦਾ ਅੰਮ੍ਰਿਤਧਾਰੀ ਸਿੰਘ ਆ ਉਹਨੂੰ ਇਹ ਕੱਖ ਨਹੀਂ ਕਰ ਸਕਦੇ। ਹਾਂ, ਤੁਸੀਂ ਜ਼ਰੂਰ ਇਹਨਾਂ ਨੂੰ ਭਜਾ ਸਕਦੇ ਆ ਬਾਣੀ ਦੇ ਨਾਲ। ਸੋ ਜਿਵੇਂ ਫੋਰ ਐਗਜ਼ਾਮਪਲ ਗੁਰੂ ਸਾਹਿਬ ਜੀ ਨੇ ਕੀਰਤਨ 16 ਆਪਾਂ ਨੂੰ ਬਖਸ਼ਿਆ ਵੀ ਰਾਤ ਨੂੰ ਸੌਣ ਵੇਲੇ ਪੜ੍ਹਨਾ ਆ। ਉਹ ਕਾਹਦੇ ਵਾਸਤੇ? ਇਸੇ ਵਾਸਤੇ ਇਹੋ ਜਿਹੀਆਂ ਜਿਹੜੀਆਂ ਆਵਗਤ ਰੂਹਾਂ ਇਹਨਾਂ ਤੋਂ ਰੱਖਿਆ ਹੁੰਦੀ ਆ। ਹੋਰ ਉਹ ਬੰਦੇ ਵਾਸਤੇ ਥੋੜ੍ਹੀ ਆ ਵੀ ਦੂਜਾ ਬੰਦਾ ਆ ਕੇ ਮੇਰੇ ਮੰਜੇ ਦੇ ਨਾਲ ਬਹਿ ਜਾਵੇ। ਹਾਂਜੀ,
ਤੇ ਜਾਂ ਜਦੋਂ ਆਪਾਂ ਸੰਸਕਾਰ ਕਰਦੇ ਆ ਉਦੋਂ ਵੀ ਕੀਰਤਨ ਸੋਹਲਾ ਪੜ੍ਹਦੇ ਆ। ਉਹ ਇਸੇ ਕਰਕੇ ਪੜ੍ਹਦੇ ਆ ਵੀ ਕਈ ਕੀ ਕਰਦੇ ਆ, ਉਹ ਬਲ ਦੀ ਲੱਕੜ ਚੁੱਕ ਕੇ ਲੈ ਜਾਂਦੇ ਆ, ਮਸਾਣ ਜਗਾਉਣ ਵਾਲੇ ਜਿਹੜੇ ਆ, ਜਾਂ ਕੋਈ ਹੱਡੀ ਚੁੱਕ ਕੇ ਲੈ ਜਾਂਦੇ ਆ, ਤੇ ਫਿਰ ਰੂਹਾਂ ਨੂੰ ਕਾਬੂ ਕਰਦੇ ਆ। ਸੋ ਭਾਵ ਇਹੋ ਜਿਹਾ ਜਿਹੜਾ ਗੰਦ ਪਾਇਆ ਹੋਇਆ ਲੋਕਾਂ ਨੇ, ਇਹਨਾਂ ਤੋਂ ਬਚਿਆ ਜਾ ਸਕੇ, ਭਾਵ ਰੱਖਿਆ ਹੋਵੇ। ਸੋ ਉਹ ਜਿਹੜੀ ਰੂਹ ਗਈ ਆ, ਜਿਹੜਾ ਮਰ ਚੁੱਕਾ, ਭਾਵ ਉਹ ਕਿਸੇ ਦੇ ਵੱਸ ਨਾ ਆਵੇ, ਰੱਖਿਆ ਹੋਵੇ। ਕੀਰਤਨ ਸੋਹਲਾ ਇਸੇ ਕਰਕੇ ਕਰਦੇ ਆ, ਅੰਤਿਮ ਸੰਸਕਾਰ ਵੇਲੇ ਵੀ ਤੇ ਰਾਤ ਨੂੰ ਰੋਜ਼ ਸੌਣ ਵੇਲੇ ਵੀ ਭਾਵ ਜੇ ਬੰਦਾ ਚੜ੍ਹਾਈ ਵੀ ਕਰ ਜਾਵੇ ਤੇ ਤਾਂ ਵੀ ਕਿਸੇ ਮਾੜੇ ਬੰਨੇ ਨੂੰ ਨਾ ਜਾਵੇ, ਮਹਾਰਾਜ ਉਹਦੀ ਰੱਖਿਆ ਕਰੇ। ਸੋ ਇਸੇ ਕਰਕੇ ਗੁਰੂ ਨਾਨਕ ਦੇਵ ਜੀ ਨੇ ਕੀਰਤਨ ਸੋਹਲਾ ਬਖਸ਼ਿਆ ਸੀ। ਤੇ ਲਾਵਾਂ ਦਾ ਵੀ ਜੋ ਸਬੰਧ ਸੀ 10ਵੇਂ ਪਾਤਸ਼ਾਹ ਵੇਲੇ, ਮੈਂ ਪਹਿਲਾਂ ਦੱਸ ਦੇਵਾਂ ਕੀ ਹੋਇਆ ਸੀ। 10ਵੇਂ ਪਾਤਸ਼ਾਹ ਵੇਲੇ ਸਿੱਖਾਂ ਨੇ ਪੁੱਛਿਆ ਮਹਾਰਾਜ ਨੂੰ, ਮਹਾਰਾਜ ਸਾਹਿਬ ਜੀ, ਗੁਰੂ ਸਾਹਿਬ ਜੀ ਨੇ ਲਿਖਿਆ ਕਈ ਕੋਟ ਭੂਤ ਪ੍ਰੇਤ ਸ਼ੁਕਰ ਮਿਰਗਾਜ ਹੈਗੇ ਨੇ, ਵਿਖਾਓ। ਤੇ ਮਹਾਰਾਜ ਸਾਹਿਬ ਨੇ ਕਿਹਾ ਹੈਗੇ ਨੇ। ਤੇ ਸਿੱਖ ਕਹਿੰਦੇ ਵਿਖਾਓ। ਤੇ ਮਹਾਰਾਜ ਸਾਹਿਬ ਨੇ ਪੰਕਤੀ ਪੜ੍ਹੀ 10ਵੇਂ ਪਾਤਸ਼ਾਹ ਨੇ, ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪ ਵੇਖਣ ਹਾਰਾ, ਵੀ ਸਾਰਿਆਂ ਦੀਆਂ ਅੱਖਾਂ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਆਪ ਹੀ ਵੇਖਣ ਵਾਲਾ, ਤੇ ਸਾਰਿਆਂ ਦੇ ਵਿੱਚ ਉਹੀ ਵਰਤ ਰਿਹਾ। ਤੇ ਉਹ ਸਾਰੇ ਪ੍ਰਗਟ ਹੋ ਕੇ ਦਿਸਣ ਲੱਗ ਪਏ। ਤੇ ਫਿਰ ਸਿੰਘ ਕਹਿੰਦੇ ਵੀ ਮਹਾਰਾਜ ਸਾਹਿਬ ਜੀ, ਇਹਨਾਂ ਦੀਆਂ ਤੇ ਸ਼ਕਲਾਂ ਬੜੀਆਂ ਡਰਾਉਣੀਆਂ ਨੇ, ਭੈ ਆਉਂਦਾ ਇਹਨਾਂ ਨੂੰ, ਸੰਕੋਚੋ। ਤੇ ਮਹਾਰਾਜ ਸਾਹਿਬ ਕਹਿੰਦੇ ਵੀ ਜੇ ਹੁਣ ਸੱਦੇ ਆ ਤੇ ਇਹਨਾਂ ਨੂੰ ਪੁੱਛ ਹੀ ਲਈਏ, ਗੱਲਬਾਤ ਤੇ ਕਰ ਲਈਏ। ਸੋ ਮਹਾਰਾਜ ਸਾਹਿਬ ਨੇ ਪੁੱਛਿਆ ਵੀ ਤੁਹਾਡੀ ਕਿੰਨੀ ਕੁ ਗਿਣਤੀ ਆ? ਉਹ ਕਹਿੰਦੇ ਸਾਡੀ ਗਿਣਤੀ ਬਹੁਤ ਆ, ਪਰ ਜਦੋਂ ਦੀਆਂ ਗੁਰੂ ਰਾਮਦਾਸ ਜੀ ਨੇ ਲਾਵਾਂ ਰਚੀਆਂ ਉਦੋਂ ਦੀ ਸਾਡੀ ਗਿਣਤੀ ਘਟਦੀ ਜਾ ਰਹੀ। ਤੇ ਮਹਾਰਾਜ ਸਾਹਿਬ ਜੀ ਨੇ ਕਿਹਾ ਉਹ ਕਿਵੇਂ? ਕਹਿੰਦੇ ਵੀ ਪਹਿਲਾਂ ਅਸੀਂ ਕੀ ਕਰਦੇ ਸੀ, ਜਿਵੇਂ ਮਨਮਤ ਕਰਦੇ ਆ ਆਮ ਹੋਰ ਦੁਆਬੇ ਦੇ ਇਲਾਕੇ 'ਚ ਬਹੁਤ ਜ਼ਿਆਦਾ, ਵੀ 7 ਦਿਨ ਪਹਿਲਾਂ ਜਾਂ ਕੁਝ ਦਿਨ ਪਹਿਲਾਂ ਇੱਦਾਂ ਕੜਾਹੀ ਚੜਾਉਣੀ ਆ ਤੇ ਗੁਲਗੁਲੇ ਕੱਢਣੇ ਆ ਜੀ, ਹਾਂਜੀ, ਵਿਆਹ ਤੋਂ ਪਹਿਲਾਂ। ਸੋ ਜਦੋਂ ਇੱਦਾਂ ਦੇ ਕਰਮ ਕਰਦੇ ਆ ਲੋਕੀ, ਜਿਵੇਂ ਕਹਿ ਲਓ ਵੀ ਤੇਲ ਚਾਉਂਦੇ ਆ ਵਿਆਹਾਂ 'ਤੇ ਲੋਕੀ, ਵੀ ਜਦੋਂ ਨੂੰਹ ਆਉਂਦੀ ਆ ਤੇਲ ਚਾਉਣਾ ਜਿਹੜੀ ਇਹ ਸ਼ਨੀ ਦੀ ਪੂਜਾ, ਸ਼ਨੀਚਰ ਦੀ ਪੂਜਾ। ਤੇ ਜਦੋਂ ਨੂੰਹ ਆਈ ਤੇ ਤੁਸੀਂ ਤੇਲ ਚਾਹੁੰਦੇ ਆ, ਸੱਸ ਤੇਲ ਚਾਹੁੰਦੀ ਆ, ਤੇ ਫਿਰ ਨੂੰਹ ਸੱਸ ਦੀ ਬਣਨੀ ਕਿੱਥੋਂ ਆ? ਸੋ ਇਸ ਕਰਕੇ ਜਿਹੜੀਆਂ ਮਨਮੱਤਾਂ ਨੇ ਤੇਲ ਚੋਣੇ, ਉੱਦਾਂ ਭਾਵੇਂ ਕਦੀ ਦਰਵਾਜ਼ਿਆਂ ਨੂੰ ਤੇਲ ਦਿੱਤਾ ਨਾ ਹੋਵੇ, ਜਿਵੇਂ ਹੁਣ ਕਈਆਂ ਦੇ ਦਰਵਾਜ਼ੇ ਚੀਂ ਚੀਂ ਕਰਦੇ ਰਹਿੰਦੇ ਜਦੋਂ ਬੰਦ ਹੁੰਦੇ ਆ ਜਾਂ ਖੋਲੀ ਦੇ ਆ। ਸੋ ਕੀ ਪ੍ਰੋਬਲਮ ਹੁੰਦੀ? ਸਿਰਫ ਕਬਜ਼ਿਆਂ ਨੂੰ ਤੇਲ ਦੇਣਾ ਹੁੰਦਾ। ਜੇ ਕਬਜ਼ਿਆਂ ਨੂੰ ਤੇਲ ਦੇ ਦਈਏ ਤੇ ਉਹ ਦਰਵਾਜ਼ੇ ਚੀਂ ਚੀਂ ਕਰਨੋਂ ਹਟ ਜਾਂਦੇ ਆ। ਤੇ ਦਰਵਾਜ਼ਿਆਂ ਨੂੰ ਤੇ ਲੋਕੀ ਤੇਲ ਨਹੀਂ ਦਿੰਦੇ, ਵੀ ਚੂੰ ਚੂੰ ਜਿਹੜੀ ਹੁੰਦੀ ਰਹਿੰਦੀ ਆ। ਪਰ ਜਦੋਂ ਇਦਾਂ ਦਾ ਕੋਈ ਆਉਂਦਾ, ਉਹ ਉਦੋਂ ਐਵੇਂ ਅਨਿਆਈ ਤੇਲ ਡੋਲਦੇ ਰਹਿੰਦੇ ਆ। ਸੋ ਇਦਾਂ ਦੇ ਜਿਹੜੇ ਕਰਮ ਕਾਂਡ ਪਏ ਹੋਏ ਨੇ, ਇਹਨਾਂ ਤੋਂ ਸਾਨੂੰ ਬਚਣਾ ਚਾਹੀਦਾ। ਸੋ ਮੈਂ ਆਪਣੀ ਗੱਲ ਤੇ ਵਾਪਸ ਆਵਾਂ। ਤੇ ਉਹ ਗੁਲਗੁਲੇ ਕੱਢਦੇ, ਮਨਮਤ ਕਰਦੇ, ਭੂਤ ਕਹਿੰਦੇ ਵੀ ਅਸੀਂ ਕੁੜੀ ਮੁੰਡੇ ਦਾ ਜਾ ਕੇ ਇੱਕ ਇੱਕ ਰੋਮ ਲੈ ਆਉਂਦੇ ਆ, ਹਾਂਜੀ। ਤੇ ਕੀ ਹੁੰਦਾ ਵੀ ਜਦੋਂ ਇਹ ਅਪਵਿੱਤਰ ਹੋ ਕੇ ਮਰਦੇ ਆ, ਉਦੋਂ ਅਸੀਂ ਫਿਰ ਇਹਨਾਂ ਨੂੰ ਆਪਣੇ 'ਚ ਰਲਾ ਲੈਂਦੇ ਸੀਗੇ। ਅਪਵਿੱਤਰ ਹੋ ਕੇ ਕਿਵੇਂ? ਵੀ ਜਿਵੇਂ ਹੁਣ ਆਮ ਹੀ ਪਿੰਡਾਂ ਦੇ ਵਿੱਚ ਰਾਤ ਨੂੰ ਗ੍ਰਸਤ ਕੀਤਾ ਪਤੀ ਪਤਨੀ ਨੇ, ਤੇ ਸਵੇਰੇ ਉੱਠਦੇ ਆ ਤੇ ਬੰਦਾ ਪੱਠੇ ਲੈਣ ਤੁਰ ਜਾਂਦਾ, ਜੀ ਮੈਂ ਤੇ ਪੱਠੇ ਲੈਣ ਚੱਲਿਆ, ਚਲੋ ਆ ਕੇ ਨਹਾਵਾਂਗੇ। ਜਨਾਨੀ ਕਹਿੰਦੀ ਆ ਮੈਂ ਗੋਹਾ ਪੋਚਾ ਕਰ ਲਾਂ, ਝਾੜੂ ਝੂੜੂ ਫੇਰ ਲਾਂ, ਫੇਰ ਹੀ ਨਹਾਉਂਦੇ ਆ। ਸੋ ਕਿਸੇ ਕਾਰਨ ਕਰਕੇ ਜੇ ਪਹਿਲਾਂ ਹੀ ਡੈਥ ਹੋ ਜਾਵੇ, ਭਾਵ ਅਪਵਿੱਤਰ ਹੋ ਕੇ ਮਰਨ, ਤੇ ਫਿਰ ਅਸੀਂ ਉਹਨਾਂ ਨੂੰ ਆਪਣੇ ਵਿੱਚ ਰਲਾ ਲੈਂਦੇ ਆ। ਤੇ ਜੇ ਜਦੋਂ ਦੀਆਂ ਉਹ ਕਹਿੰਦੇ ਜੀ ਗੁਰੂ ਰਾਮਦਾਸ ਜੀ ਨੇ ਲਾਵਾਂ ਰਚੀਆਂ, ਜਿਨ੍ਹਾਂ ਦਾ ਵਿਆਹ ਲਾਵਾਂ ਪੜ੍ਹ ਕੇ ਹੁੰਦਾ ਆ, ਉੱਥੇ ਸਾਡਾ ਉਹਨਾਂ 'ਤੇ ਜ਼ੋਰ ਨਹੀਂ ਚੱਲਦਾ। ਸੋ ਇਸ ਕਰਕੇ ਸਾਡੀ ਜਿਹੜੀ ਗਿਣਤੀ ਆ ਉਹ ਘਟ ਰਹੀ ਆ। ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਦੱਸਿਆ, ਤੇ ਗੁਰੂ ਸਾਹਿਬ ਜੀ ਨੇ ਸਿੰਘਾਂ ਨੂੰ ਕਿਹਾ ਵੇਖੋ ਪਿਆਰਿਓ, ਵੀ 4 ਹੀ ਪੌੜੀਆਂ ਨੇ ਲਾਵਾਂ ਦੇ ਪਾਠ ਦੀਆਂ, ਤੇ ਸਾਰੇ ਜਾਣੇ ਕੰਠ ਕਰ ਲਓ, ਤੇ ਲਾਵਾਂ ਦਾ ਨਿਤਨੇਮ ਵੀ ਰੋਜ਼ ਕਰਿਆ ਕਰੋ। ਇਸੇ ਕਰਕੇ ਜਿਵੇਂ ਆ ਟਕਸਾਲ ਦਾ ਗੁਟਕਾ ਵੀ ਹੈ, ਉਹਦੇ ਵਿੱਚ ਵੀ ਲਾਵਾਂ ਦਾ ਪਾਠ ਛਾਪਿਆ ਹੋਇਆ, ਕਿਉਂਕਿ 10ਵੇਂ ਪਾਤਸ਼ਾਹ ਦੀ ਚਲਾਈ ਟਕਸਾਲ ਆ। ਤੇ ਇਹਨਾਂ ਨੂੰ ਪਤਾ ਆ ਜੋ ਗੁਰੂ ਸਾਹਿਬ ਦੀਆਂ ਗੱਲਾਂ, ਇਤਿਹਾਸ ਜੋ ਕੁਝ ਹੋਇਆ, ਮਹਾਰਾਜ ਸਾਹਿਬ ਦੀਆਂ ਸਾਰਾ ਕੁਝ ਮਹਾਂਪੁਰਸ਼ਾਂ ਨੂੰ ਪਤਾ ਸੀ, ਤੇ ਉਹਨਾਂ ਨੇ ਇਹ ਛਪਵਾਇਆ। ਸੰਤ ਗਿਆਨੀ ਜਰਨੈਲ ਸਿੰਘ ਜੀ ਨੇ ਵੀ ਸੁੰਦਰ ਗੁਟਕੇ ਦੇ ਵਿੱਚ। ਸੋ ਇਸ ਤਰ੍ਹਾਂ ਪਿਆਰਿਓ ਇਹ ਰੱਖਿਆ ਹੁੰਦੀ ਆ। ਤੇ ਦੂਜਾ ਇਹ ਆ ਵੀ ਡਰਨਾ ਨਹੀਂ ਆਪਾਂ ਕਦੀ ਵੀ। ਜੇ ਕਿਸੇ ਦੇ ਵਿੱਚ ਆਉਂਦਾ ਵੀ ਆ ਜਾਂ ਤੁਹਾਨੂੰ ਕੁਝ ਕਹਿੰਦਾ ਵੀ, ਕਿਸੇ ਦੇ ਵਿੱਚ ਆ ਕੇ ਬੋਲਦਾ ਵੀ ਆ, ਕਦੀ ਵੀ ਡਰੋ ਨਾ। ਗੁਰੂ ਦੇ ਭਰੋਸਾ ਰੱਖੋ। 10ਵੇਂ ਪਾਤਸ਼ਾਹ ਜੀ ਤੁਸੀਂ ਜਾਣੋ ਤੇ ਇਹ ਜਾਣੇ, ਉੱਥੇ ਜੁੱਤੀਆਂ ਭਾਵੇਂ ਮਾਰਿਆ ਉਹ, ਜੇ ਕੋਈ ਸਮਾਧ ਸਮੂਦ ਹੈਗੀ, ਜੇ ਤੁਹਾਨੂੰ ਕੋਈ ਡਰਾਵੇ ਦਿੰਦਾ ਨਾ, ਇੱਥੇ ਇੱਦਾਂ ਨਾ ਕਰੋ ਉੱਦਾਂ ਨਾ ਕਰੋ, ਢਾਹ ਭਾਵੇਂ ਆਓ ਸਮਾਧ। ਤੇ ਜਾਂ ਕਹਿ ਲਓ ਵੀ ਮਤਲਬ ਕਿ ਜੇ ਸਾਹਮਣੇ ਵੀ ਕੋਈ ਰੂਹ ਆਉਂਦੀ ਆ, ਤੇ ਕਦੀ ਡਰਨ ਦੀ ਲੋੜ ਨਹੀਂ। ਮਹਾਰਾਜ ਦਾ ਸਿਮਰਨ ਕਰੋ, ਅੰਮ੍ਰਿਤਧਾਰੀ ਰਵੋ, ਤੇ ਤਿਆਰ ਪਰ ਤਿਆਰ ਰਵੋ। ਤੇ ਜੇ ਸਾਰੇ ਅੰਮ੍ਰਿਤਧਾਰੀ ਹੋ ਜਾਣ, ਤਿਆਰ ਪਰ ਤਿਆਰ ਹੋ ਜਾਣ, ਭਾਵ ਜਿਵੇਂ ਮਹਾਰਾਜ ਨੇ ਕਿਹਾ ਰਾਜ ਕਰੇਗਾ ਖਾਲਸਾ, ਸਾਰੇ ਖਾਲਸੇ ਸਾਜਣ,
ਤੇ ਇਹ ਉੱਦਾਂ ਹੀ ਮਤਲਬ ਕਿ ਕਿਸੇ ਦਾ ਕੁਝ ਵਿਗਾੜ ਨਹੀਂ ਸਕਦੇ। ਸੋ ਜਿੰਨਾ ਚਿਰ ਅਸੀਂ ਸੱਚੀ ਗੱਲ ਲੋਕਾਂ ਨੂੰ ਦੱਸਦੇ ਨਹੀਂ, ਉਹਨਾਂ ਚਿਰ ਲੋਕਾਂ ਨੇ ਡਰਦੇ ਹੀ ਰਹਿਣਾ, ਉਹਨਾਂ ਚਿਰ ਇਹਨਾਂ ਦੇ ਜਿਨ੍ਹਾਂ ਨਾਲ ਐਕਸਪੀਰੀਅੰਸ ਹੋਏ ਉਹਨਾਂ ਨੇ ਬਾਬਿਆਂ ਦੇ ਤੁਰੇ ਹੀ ਫਿਰਨਾ ਆ। ਸੋ ਕੁਝ ਵਹਿਮ ਵੀ ਹੁੰਦੇ ਆ, ਉਹ ਵੀ ਗੱਲ ਮੈਂ ਇੱਕ ਸੁਣਾਦਾ। ਜਿਵੇਂ ਮੇਰਾ ਇੱਕ ਫਰੈਂਡ ਸੀਗਾ, ਉਹ ਖੇਡਦਾ ਸੀਗਾ ਸਾਡੇ ਨਾਲ ਤੇ ਚਲੋ ਭੱਜਿਆ ਗਿਆ, ਸੜਕ ਨਵੀਂ ਬਣੀ ਸੀ, ਮੈਂ ਛੇਤੀ ਨਾਲ ਸਰਾ ਰਿਹਾ ਲੁੱਕ ਤੇ ਉਹ ਡਿੱਗ ਪਿਆ, ਉਹਦੀ ਪੈਂਟ ਨੂੰ ਲੁੱਕ ਲੱਗ ਗਈ ਤੇ ਉਹਨੇ ਕੀ ਕੀਤਾ, ਘਰੇ ਜਾ ਕੇ ਤੇ ਉਨੀ ਕੁ ਪੈਂਟ ਵੱਢ ਦਿੱਤੀ। ਉਹਨੂੰ ਵਿਚਾਰੇ ਨੂੰ ਨਹੀਂ ਸੀ ਪਤਾ ਵੀ ਲੁੱਕ ਪੈਟਰੋਲ ਨਾਲ ਲੈ ਜਾਂਦੀ ਆ ਜਾਂ ਕਿੱਦਾਂ, ਤੇ ਉਹਨੇ ਕੀਤਾ ਡਰਦੇ ਨੇ ਵੀ ਘਰ ਦੇ ਮੈਨੂੰ ਕੁੱਟਣਗੇ, ਘਰੇ ਜਾ ਕੇ ਉਹ ਪੈਂਟ ਆਪਣੀ ਵੱਢ ਕੇ ਟੇਢੀ ਮੇਢੀ ਜਿੰਨੀ ਕੁ ਲੁੱਕ ਲੱਗੀ ਸੀ ਉਹ ਜਾ ਕੇ ਬਾਹਰ ਕੂੜੇ ਛੱਡ ਦਿੱਤੀ ਤੇ ਬਾਕੀ ਜਿਹੜੀ ਸੀ ਉਹ ਪੈਂਟ ਅਲਮਾਰੀ 'ਚ ਰੱਖ ਦਿੱਤੀ। ਕੁਝ ਦਿਨਾਂ ਬਾਅਦ ਉਹਦੀ ਮਾਂ ਦੇ ਹੱਥ ਲੱਗੀ ਤੇ ਉਹਦੀ ਮਾਂ ਵੇਖ ਕੇ ਵੀ ਇਹ ਪੈਂਟ ਕਿਹਨੇ ਵੱਢੀ ਆ, ਘਰ ਦੇ ਵਿੱਚ ਕੋਈ ਨਾ ਮੰਨੇ, 4 ਭੈਣ ਭਰਾ ਸੀਗੇ, ਉਹ ਕੋਈ ਵੀ ਨਾ ਮੰਨੇ, ਜਿਹਨੇ ਵੱਢੀ ਉਹ ਨਾ ਮੰਨੇ, ਹੋਰ ਤਾਂ ਕਿਸੇ ਨੇ ਕੀ ਮੰਨਣਾ। ਤੇ ਕੀ ਹੋਇਆ, ਉਹਦੀ ਮਾਂ ਨੂੰ ਵਹਿਮ ਪੈ ਗਿਆ ਜੀ ਵੀ ਇਹ ਸ਼ਾਇਦ ਕਿਸੇ ਭੂਤ ਨੇ ਜਾਂ ਇੱਦਾਂ ਤੇ ਮੇਰੇ ਮੁੰਡੇ ਦੇ ਮਗਰ ਕੋਈ ਲੱਗਾ, ਬਾਬਿਆਂ ਕੋ ਤੁਰੇ ਫਿਰਨ ਉਹਨੂੰ ਲੈ ਕੇ। ਤੇ ਉਹ ਮੁੰਡਾ ਕਹਿੰਦਾ ਵੀ ਮੈਂ ਹੱਸਿਆ ਕਰਾਂ ਵੀ ਬਾਬੇ ਨੂੰ ਇੰਨਾ ਨਹੀਂ ਪਤਾ ਵੀ ਇਹਨੇ ਪੈਂਟ ਆਪ ਵੱਢੀ ਹੈ। ਤੇ ਉਹ ਪੁੱਛਣਾ ਦੱਸਣਾ ਹੋਰ ਇੱਦਾਂ ਦੀਆਂ ਚੀਜ਼ਾਂ ਦੱਸੀ ਜਾਇਆ ਕਰਨ। ਸੋ ਇਹ ਕਹਿੰਦਾ ਵੀ ਮੈਂ ਛੋਟਾ ਹੁੰਦਾ ਆਪਣੇ ਮਨ 'ਚ ਹੱਸਿਆ ਕਰਾਂ ਵੀ ਜਿਹਨੂੰ ਬਾਬੇ ਨੂੰ ਇਹ ਨਹੀਂ ਪਤਾ ਵੀ ਪੈਂਟ ਮੈਂ ਵੱਢੀ ਆ, ਉਹਨੂੰ ਹੋਰ ਕੀ ਪਤਾ ਹੋਊਗਾ। ਸੋ ਇੱਦਾਂ ਵੀ ਕਈ ਦੀ ਹੈਪਨ ਹੁੰਦੇ ਆ, ਕਈਆਂ ਦੇ ਮਨਾਂ ਦੇ ਵਿੱਚ ਐਵੇਂ ਵਹਿਮ ਪੈ ਜਾਂਦੇ। ਫਿਰ ਉਹ ਕਹਿੰਦਾ ਵੀ ਜਦੋਂ ਮੈਂ ਵੱਡਾ ਹੋਇਆ ਪਤਾ ਸੀ ਵੀ ਹੁਣ ਨਹੀਂ ਮੈਨੂੰ ਘਰਦਿਆਂ ਨੇ ਕੁੱਟਣਾ, ਤੇ ਉਦੋਂ ਮੈਂ ਘਰਦਿਆਂ ਨੂੰ ਇਹ ਗੱਲ ਦੱਸੀ ਤੇ ਘਰ ਦੇ ਫਿਰ ਸਾਰੇ ਹੱਸਿਆ ਕਰਨ। ਸੋ ਗੁਰੂ ਪਿਆਰਿਓ, ਇੱਦਾਂ ਕਈ ਵਹਿਮ ਵੀ ਹੁੰਦੇ ਆ, ਵਹਿਮ ਦਾ ਕੋਈ ਇਲਾਜ ਨਹੀਂ ਹੁੰਦਾ, ਪਰ ਜਿਹੜੀ ਅਸਲੀਅਤ ਹੈ ਉਹ ਅਸਲੀ ਵੀ ਹੈਗੇ ਆ। ਤੇ ਪਰ ਡਰਨ ਦੀ ਕੋਈ ਲੋੜ ਨਹੀਂ, ਅੰਮ੍ਰਿਤਧਾਰੀ ਹੋਵੋ, ਰਹਿਤ ਬਹਿਤ ਰੱਖੋ, ਗੁਰੂ ਵਾਲੇ ਬਣੋ, ਤੁਹਾਡਾ ਕੁਛ ਨਹੀਂ ਵਿਗਾੜ ਸਕਦੇ। ਜੇ ਤੁਸੀਂ ਅੰਮ੍ਰਿਤ ਛਕ ਕੇ ਭੰਗ ਕਰਦੇ ਆ ਜਾਂ ਢਿੱਲੇ ਰਹਿੰਦੇ ਆ, ਰਹਿਤ ਬਹਿਤ ਨਹੀਂ ਰੱਖਦੇ, ਫਿਰ ਵੀ ਕਈ ਵਾਰੀ ਇਹ ਤੁਹਾਡੇ ਤੇ ਕੋਈ ਹੈਪਨ ਹੋਵੇ ਤੇ ਜ਼ੋਰ ਪਾ ਲੈਂਦੇ ਆ। ਸੋ ਇਸ ਕਰਕੇ ਗੁਰੂ ਪਿਆਰਿਓ, ਇਹ ਸੀ ਜੋ ਗੁਰੂ ਸਾਹਿਬਾਂ ਨੇ ਸਾਨੂੰ ਸਿੱਖਿਆ ਦਿੱਤੀਆਂ, ਜੋ ਬਾਣੀ 'ਚ ਲਿਖਿਆ ਆ। ਤੇ ਆਓ ਹੁਣ ਸਾਇੰਸ ਵੱਲੋਂ ਵੇਖੀਏ, ਡਿਸਕਵਰੀ ਚੈਨਲ ਵੱਲੋਂ ਵੇਖੀਏ, ਉਹ ਵੀ ਤੁਹਾਨੂੰ ਵਿਖਾਉਣਗੇ ਤੇ ਹੋਰ ਮੈਂ ਪ੍ਰੈਕਟੀਕਲ ਵੀ ਕਰਕੇ ਦਿਖਾਵਾਂਗਾ ਵੀ ਕਈ ਚੀਜ਼ਾਂ ਅੱਖਾਂ ਨਾਲ ਨਹੀਂ ਦਿਸਦੀਆਂ ਪਰ ਕੈਮਰੇ 'ਚ ਦਿਸ ਜਾਂਦੀਆਂ। ਇੱਦਾਂ ਹੀ ਇਹ ਜਿਹੜੇ ਭੂਤ ਪ੍ਰੇਤ ਆ ਕਈ ਵਾਰੀ ਕੈਮਰੇ 'ਚ ਆ ਜਾਂਦੇ ਪਰ ਅੱਖਾਂ ਨਾਲ ਨਹੀਂ ਤੁਹਾਨੂੰ ਪਤਾ ਲੱਗਦਾ। ਤੇ ਆਓ ਪ੍ਰਤੱਖ ਆਪਣੀਆਂ ਅੱਖਾਂ ਦੇ ਨਾਲ ਵੇਖੋ। ਸੋ ਗੁਰੂ ਪਿਆਰਿਓ, ਤੁਸੀਂ ਆ ਦੇਖ ਸਕਦੇ ਆ ਮੇਰੇ ਹੱਥ ਦੇ ਵਿੱਚ ਰਿਮੋਟ ਆ, ਤੇ ਰਿਮੋਟ ਨੂੰ ਜਦੋਂ ਵੀ ਤੁਸੀਂ ਇੱਦਾਂ ਆਪਣੇ ਵੱਲ ਮੂੰਹ ਕਰਕੇ ਕੋਈ ਸਵਿਚ ਦੱਬੋਗੇ ਤੁਹਾਨੂੰ ਕੋਈ ਵੀ ਇਨਫਰਾਰੈਡ ਜਾਂ ਲਾਈਟ ਨਿਕਲਦੀ ਹੋਈ ਨਹੀਂ ਦਿਸਦੀ। ਪਰ ਅਗਰ ਤੁਸੀਂ ਇੱਦਾਂ ਕੈਮਰੇ ਵੱਲ ਕਰਕੇ ਇਹਨੂੰ ਦੱਬੋਗੇ ਤੇ ਫਿਰ ਤੁਹਾਨੂੰ ਉਹ ਲਾਈਟ ਇਨਫਰਾਰੈਡ ਨਿਕਲਦੀ ਹੋਈ ਸਾਫ਼ ਦਿਖੇਗੀ। ਪਰ ਜਿਵੇਂ ਹੁਣ ਮੇਰਾ ਆਈਫੋਨ ਸੀਗਾ ਉਹਦੇ ਵਿੱਚ ਨਹੀਂ ਦਿਸੀ, ਪਰ ਪਹਿਲਾਂ ਜਿਹੜਾ ਪੁਰਾਣਾ ਆਈਫੋਨ ਹੁੰਦਾ ਸੀ ਉਹਦੇ 'ਚ ਦਿਖਦੀ ਸੀਗੀ। ਸੋ ਕਈ ਵਾਰੀ ਉਹ ਕੈਮਰੇ ਵੀ ਅਪਡੇਟ ਕੀਤੇ ਹੁੰਦੇ ਆ ਤੇ ਨਹੀਂ ਦਿਸਦੀ, ਪਰ ਮੋਸਟਲੀ ਕੈਮਰਿਆਂ 'ਚ ਦਿਸਦੀ ਆ। ਤੇ ਜੇ ਤੁਸੀਂ ਜ਼ਿਆਦਾ ਵੇਖਣੀ ਆ ਇੱਦਾਂ ਹਨੇਰੇ ਦੇ ਵਿੱਚ ਕਰਕੇ ਤੁਸੀਂ ਜਦੋਂ ਸਵਿਚ ਦੱਬੋਗੇ ਤੇ ਆਹ ਦੇਖੋ ਕਿੱਦਾਂ ਤੁਹਾਨੂੰ ਸਾਫ਼ ਦਿਖ ਰਹੀ ਹੈ ਇਨਫਰਾਰੈਡ, ਤੇ ਇੱਦਾਂ ਲਾਈਟ ਨਿਕਲਦੀ ਹੋਈ ਪਰ ਅੱਖਾਂ ਨਾਲ ਕਦੀ ਨਹੀਂ ਦਿਸੇਗੀ। ਸੋ ਗੁਰੂ ਪਿਆਰਿਓ, ਆ ਤੁਸੀਂ ਦੇਖ ਸਕਦੇ ਆ ਮਹਾਰਾਜ ਸਾਹਿਬ ਨੇ ਸੁਖਮਨੀ ਸਾਹਿਬ ਦੇ ਵਿੱਚ ਦੱਸਿਆ ਹੋਇਆ ਕਿ ਹੈਗੇ ਨੇ ਆ ਵਿਦਵਾਨਾਂ ਨੇ ਅਰਥ ਵੀ ਕੀਤੇ ਹੋਏ, 3 ਵੱਖੋ ਵੱਖਰੇ ਵਿਦਵਾਨਾਂ ਨੇ, ਤੇ ਸਾਰੇ ਵਿਦਵਾਨ ਇਹ ਗੱਲ ਲਿਖਦੇ ਆ ਵੀ ਹੁੰਦੇ ਆ। ਤੇ ਆਓ ਹੁਣ ਤੁਹਾਨੂੰ ਡਿਸਕਵਰੀ ਦੀ ਜਿਹੜੀ ਟੀਮ ਆ ਇਹਨਾਂ ਦੀ ਇੱਕ ਗੋਸਟ ਲੈਬ ਆ, ਤੇ ਜਿੱਥੇ ਵੀ ਪੈਰਾਨੋਰਮਲ ਐਕਟੀਵਿਟੀਆਂ ਹੁੰਦੀਆਂ ਉੱਥੇ ਜਾਂਦੇ ਆ ਤੇ ਫਿਰ ਇਹ ਕੱਢਦੇ ਆ ਵੀ ਇੱਥੇ ਕੋਈ ਭੂਤ ਪ੍ਰੇਤ ਜਾਂ ਇੱਦਾਂ ਦੀ ਚੀਜ਼ ਹੈਗੀ ਆ ਜਾਂ ਨਹੀਂ ਹੈਗੀ। No, I got a black silhouette, a perfect human form, a head, shoulders, right here, right here. Is it recording? It's recording. It's right now. It was right here. It was a black silhouette, dude. It was head and shoulders. It was black. Yeah! Yes! There's something hanging around. Want to go down to the lab and review that right now? I want to. I want to hit it now. Hey, going down to the lab. We got a hit on a thermal. We're going to check it out right now and see what we got. Ooh, kicking ass to take a name, bro. Oh, man. We got a silhouette of a person standing right in front of me. Solid black silhouette. Did y'all get it on film? The shadow figure? We're right here on thermal. On thermal. Man, that's ghost hunting, damn it. That's ghost hunting. Oh, I know this is good because I saw this with my own eyes. This one's good. Okay, right. You get his, you're like above him at first. One, right here. Right there. See it? I saw it.
Watch it. It'll come No, up it comes up full It comes screen. up full screen. See? I don't know. It could be anything. Kind of looks like a water bottle. You were standing right there. Was there a water bottle anywhere near us? No, there wasn't. No, I mean, it was nothing. I have no idea what it was. You know what's cool about that? Is that it's a true shadow. It's not a color. Did it give the temperature of it? Oh, no. You know what? Let's look. Okay. Right, here we go. Coming up. 29, Takes a peek. 30. Right. 35. 35.4 degrees. 35.4 degrees. Some of the team members weren't convinced that what we captured was a shadow person. We wanted to get some objective eyes on the footage. So we sent it over to Andy Perry without telling him anything about it. He's an analyst with the thermal imaging company that produces the camera that we used. Really, the approach that we take with any anomaly that we're encountering in the field is we work backwards. And in this scenario, a snap judgment would really indicate it looks like a water bottle that was left somewhere in the room that you were imaging, and it has almost the perfect shape for it. And that's really where I started and said, okay, where can I validate or rule out this anomaly? We froze a water bottle, put one in the refrigerator, and left one at room temperature. And after going through and imaging each of those, they really actually did not come close to your anomaly. So then we really went into our database of hundreds and hundreds of thousands of pictures and hours of video, and they didn't match up with any of them. In your professional opinion, have you ever seen anything like that, and can you possibly explain it with all the experiments that you've done? I can't. With the investigation at the GDC complete, the team meets to review the evidence and discuss their next case. All right, guys, this is our third time at GDC, and every time we come here, we find more and more evidence. This place is haunted, but coming in here, we always catch EVPs. We really wanted to catch something on video, something we can actually see. And what do we get? You asked, hey, is there a woman here? And that K2 meter went nuts. But let's look at the big news. Big news is we got the Shadow Man. I mean, he came on the thermal imaging camera. I mean, how cool is that? Got the temperature down 35 degrees. We can see what these things look like on thermal. We talked to the thermal imaging company. Right. They couldn't figure out what it was. They put it through the ringer. They actually make the thermal cameras. They've never seen anything like that in their years of working with thermal imaging. There's a belief in the paranormal world that objects can retain the energy of their past owners even after they die. So we're reaching out to Rhett Rushing. He's an expert in paranormal theories to get his opinion. We're here in Bolo, Illinois. We're at an antique mall. You know, it's like a typical flea market type situation. People bring all their stuff. There's family heirlooms dating who knows how far back, all congregated in one spot. We have a lot of activity here. We have full body apparitions. We have footsteps. We have objects moving. So, Rhett, we're wondering what's going on here. Well, I think very clearly this is a case of attachment theory. What it is where residual energy is attached to artifacts. According to paranormal theory, spirits of the dead can sometimes remain attached to special objects they may have owned when they were alive. These spirits can then reportedly use the object to either manifest themselves or, in some cases, actually possess and curse the object. One of the most famous stories of a cursed object is that of a race car that killed a famous 1950s icon in a head-on collision. The engine of this allegedly possessed car was then sold to a man who put it into his own race car. Later, this race car spun out of control, killing that owner instantly. But the death and destruction didn't end there. A truck hauling the crushed remains of the race car lost control, causing the driver to fall out of the cab. He survived the fall, but then, moments later, the wreckage of the race car landed on him, killing him as well. My experience as a museum professional, yeah, we see it all the time. We see, objects moved, objects changing. We see shadows, smells, all this sort of thing happens as a result of an attachment to an object. And what you've got is perhaps a residual spirit presence or energy that's still associated with these artifacts. And when you bring them all together in a giant place, you're talking about ground zero for supernatural activity. ਹੋਰ ਵੀ ਤੁਸੀਂ ਗੁਰਬਾਣੀ ਵਿੱਚ ਦੇਖ ਸਕਦੇ ਆ, ਵੀਰਵਾਰ ਵੀਰ ਭਰਮ ਭੁਲਾਏ, ਪ੍ਰੇਤ ਭੂਤ ਸਭ ਦੂਜਾ ਲਾਏ।
ਜਿਵੇਂ ਤੁਹਾਨੂੰ ਪਤਾ ਹੀ ਆ ਕਿ ਬਹੁਤੇ ਜਿਹੜੇ ਲੋਕ ਆ ਵੀਰਵਾਰ ਵਾਲੇ ਦਿਨ ਮੜੀਆਂ ਮਸਾਣਾਂ 'ਤੇ ਜਾਂਦੇ, ਦੀਵੇ ਜਗਾਉਂਦੇ, ਇੱਦਾਂ ਦੀਆਂ ਮੜੀਆਂ ਮਸਾਣਾਂ ਦੀ ਪੂਜਾ ਕਰਦੇ ਆ। ਅਤੇ ਪਰ ਗੁਰੂ ਸਾਹਿਬ ਨੇ ਵੀ ਇਹ ਗੱਲਾਂ ਇੱਦਾਂ ਸਭ ਕੁਝ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ। ਅਤੇ ਤੁਸੀਂ ਡਿਸਕਵਰੀ ਚੈਨਲ ਰਾਹੀਂ ਆਲਰੇਡੀ ਦੇਖ ਲਿਆ, ਅਤੇ ਆਓ ਹੁਣ ਇੱਕ ਨਿਊਜ਼ ਚੈਨਲ ਰਾਹੀਂ ਵੀ ਦੇਖੀਏ ਚੀਜ਼ਾਂ ਹੁੰਦੀਆਂ ਕਿ ਨਹੀਂ। When it came on me, I couldn't breathe, I couldn't scream, I couldn't move. So far in this house, Nick has been scratched. I've been touched and pinched. We've seen strange lights on the walls and heard noises, and we haven't even gone down to the basement yet. Where is the place where you saw the Shadow Man picture? This photo was taken with a deer camera in the basement. This picture right here is the Shadow Man. He's about 7 foot tall. Simpson says she's scared by what's happened, but she and her husband have lived in this home for 7 years. Her grown daughters refuse to stay here. Well, this Dead Files episode on the home will air tomorrow on the Travel Channel, and there's going to be a lot more going on that show about the history. Okay, that is bizarre. It is. This is our videographer, Nick Petrillo, who shot that, and you're serious. You actually got scratched. I did get scratched. Basically, when we walked in the home, I didn't feel anything at first. And then as soon as we sat down and I was shooting the interview with Katie, I felt it was something like a piece of hot metal almost. Just, it was really strange. I'd never felt anything like that before. And then I looked down on my wrist and I noticed there was a scratch there. I wasn't going to say anything at first. And then Deanna asked me, are you okay? Did you get scratched? And then I admitted, I noticed that I was like, yeah, this actually happened. I've never felt anything like that in my life. Did you believe in ghosts and demons prior to this happening? I liked watching the shows, but I actually didn't really believe in it until this actually happened. I was very skeptical until this. And so has your opinion on it changed as well? I mean, both of you. Yes. I mean, I didn't think anything would happen in this home. I mean, we brought a Ouija board because I thought we'd have to bring it in and see if anything happened. And Deanna didn't even want us to bring it in the door. She thought it would be, it's just dangerous with what's going on in her house. And now, I mean, there were just things that we can't explain that happened there. You know, she has a lot of photos of people with scratches that had been in her house before, but I never thought that was going to happen when we went inside the home. Wow, that is really interesting. ਸੋ ਗੁਰੂ ਪਿਆਰਿਓ, ਤੁਸੀਂ ਮੈਚ ਦੇ ਵਿੱਚ ਵੀ ਦੇਖ ਸਕਦੇ ਹੋ ਉੱਪਰ ਰੈੱਡ ਸਰਕਲ 'ਚ ਕਿੱਦਾਂ ਇੱਕ ਸ਼ੈਡੋ ਮੈਨ ਬੰਦਿਆਂ ਦੇ ਵਿੱਚ ਭੱਜਿਆ ਜਾ ਰਿਹਾ, ਸਾਰੇ ਬੰਦਿਆਂ ਦੇ ਵਿੱਚੋਂ ਨਿਕਲਦਾ ਜਾ ਰਿਹਾ। Correcto, ningún amonestado. Saca al arquero, le pega fuerte a la pelota. Vaca. 11-year-old boy claims he is being haunted by a ghost. Yeah. Yeah. They say that's how it's been for the past several days. ਸੋ ਗੁਰੂ ਪਿਆਰਿਓ, ਬਹੁਤ ਸਬੂਤ ਨੇ। ਆ ਵੀ ਤੁਸੀਂ ਦੇਖ ਸਕਦੇ ਆ, ਸ਼ੈਡੋਆਂ ਰਾਤ ਦੇ ਵੇਲੇ CCTV ਕੈਮਰੇ ਦੇ ਅੱਗੋਂ ਲੰਘ ਰਹੀਆਂ, ਅਤੇ ਜਿਹਦੇ ਦੇ ਲੰਘੀਆਂ ਉਹ ਫਿਰ ਇੱਦਾਂ ਅਪਲੋਡ ਕਰ ਦਿੰਦੇ ਆ, ਜਿਵੇਂ ਉਹ ਲਿਖ ਵੀ ਦਿੰਦੇ ਸਾਈਡ 'ਤੇ ਇਹਦਾ ਪੈਰਾਨੋਰਮਲ ਨੈਟਵਰਕ ਜਾਂ ਇੱਦਾਂ ਜੋ ਵੀ ਕਿਸੇ ਦੇ ਰਿਕਾਰਡ ਦੇ ਵਿੱਚ ਆਉਂਦਾ, ਬਿਲਕੁਲ ਤੁਹਾਡੇ ਸਾਹਮਣੇ ਆ। ਹੋਰ ਵੀ ਸਬੂਤ ਦੇਖ ਸਕਦੇ ਆ, ਇੱਕ ਬੰਦਾ ਜਿੱਦਾਂ ਕਾਰ ਦੇ ਵਿੱਚ ਜਾ ਰਿਹਾ ਸੀ ਅਤੇ ਵੀਡੀਓ ਬਣਾ ਰਿਹਾ ਸੀਗਾ, ਤੁਸੀਂ ਦੇਖ ਸਕਦੇ ਆ। ਪਿੰਡ ਜੇ ਦੇ ਲਾਗੋਂ ਲੰਘਣ ਲੱਗਾ ਤਾਂ ਇੱਥੋਂ ਆ ਰੈੱਡ ਸਰਕਲ ਦੇ ਵਿੱਚ ਦੇਖੋ ਇੱਕ ਸ਼ੈਡੋ ਮੈਨ ਰੋਡ ਕਰੋਸ ਕਰ ਰਿਹਾ ਆ। ਸੋ ਇਸ ਤਰ੍ਹਾਂ ਤੁਹਾਨੂੰ ਬੇਅੰਤ ਅਸਲੀ ਸਬੂਤ ਮਿਲ ਜਾਂਦੇ ਨੇ ਕਿ ਰੂਹਾਂ ਜਿਹੜੀਆਂ, ਭੂਤ ਪ੍ਰੇਤ ਜਿਹੜੇ ਆ ਇਹ ਹੁੰਦੇ ਆ। ਆ ਦੁਬਾਰੇ ਫੇਰ ਤੁਸੀਂ ਦੇਖ ਲਓ ਚੰਗੀ ਤਰ੍ਹਾਂ ਆਪਣੀਆਂ ਅੱਖਾਂ ਦੇ ਨਾਲ, ਹੁਣ ਤੁਹਾਨੂੰ ਪਤਾ ਲੱਗ ਰਿਹਾ ਹੋਵੇਗਾ ਵੀ ਕਿੱਥੇ ਕੋ ਜਾ ਰਿਹਾ। ਪਹਿਲਾਂ ਸਰਕਲ 'ਚ ਮਾਰ ਕਰਕੇ ਦਿਖਾਇਆ ਸੀ, ਹੁਣ ਤੁਸੀਂ ਉੱਦਾਂ ਆਪ ਦੇਖ ਲਿਆ ਆ। ਅਤੇ ਆ ਇੱਕ ਹੋਰ ਸਬੂਤ ਦੇਖ ਲਓ, ਆ ਤੁਸੀਂ ਦੇਖ ਸਕਦੇ ਆ, ਉਹ ਸਰਕਲ ਦੇ ਵਿੱਚ ਮਾਰ ਕਰਕੇ ਦਿਖਾਇਆ ਹੋਇਆ ਵੀ CCTV ਕੈਮਰੇ ਦਾ ਫੁਟੇਜ ਹੈ। ਲਾਗੇ ਬੰਨੇ ਕੋਈ ਨਹੀਂ ਹੈਗਾ, ਪਰ ਇੱਕ ਜਿਹੜੀ ਆ ਸ਼ੈਡੋ ਮੈਨ ਜਿਹੜਾ ਉਹ ਬੜੇ ਆਰਾਮ ਨਾਲ ਜਾ ਰਿਹਾ, ਅਤੇ ਇੱਥੋਂ ਦੇਖੋ ਬਿਨਾਂ ਗੇਟ ਖੋਲ੍ਹੇ ਹੀ ਉਹਨੇ ਅੰਦਰ ਵੜ ਜਾਣਾ ਆ, ਅਤੇ ਬਿਲਕੁਲ ਅੰਦਰ ਉਹ ਨਿਕਲ ਜਾਂਦਾ। ਇੱਦਾਂ ਜਿਹੜੀਆਂ ਰੂਹਾਂ ਬਹੁਤ ਫਿਰਦੀਆਂ ਨੇ, ਆ ਤੁਸੀਂ ਹੁਣ ਦੇਖ ਸਕਦੇ ਹੋ। ਥੋੜ੍ਹਾ ਜ਼ੂਮ ਕਰਕੇ ਵੀ ਦਿਖਾਇਆ ਹੋਇਆ ਜੋ ਕਿ ਤੁਹਾਨੂੰ ਚੰਗੀ ਤਰ੍ਹਾਂ ਦੇਖ ਸਕੇ। ਉਹ ਕੰਧ ਦੇ ਕਈ ਰੀ ਉਸ ਬੰਨੇ ਜਾਂਦਾ, ਕਈ ਰੀ ਇਸ ਬੰਨੇ ਜਾਂਦਾ, ਅਤੇ ਯਾਨੀ ਕਿ ਉਹ ਇਹਨਾਂ ਨੂੰ ਕੰਧਾਂ ਵਗੈਰਾ ਜਾਂ ਇੱਦਾਂ ਦੀਆਂ ਚੀਜ਼ਾਂ ਨਹੀਂ ਰੋਕ ਸਕਦੀਆਂ, ਕੋਈ ਰੁਕਾਵਟ ਨਹੀਂ ਹੁੰਦੀ। ਅਤੇ ਆ ਤੁਸੀਂ ਇੱਕ ਹੋਰ CCTV ਕੈਮਰੇ ਦਾ ਫੁਟੇਜ ਦੇਖ ਸਕਦੇ ਆ। ਥੱਲੇ ਜਿਵੇਂ ਪਾਣੀ ਹੈਗਾ, ਮੀਂਹ ਪੈ ਕੇ ਹਟਿਆ ਹੋਊਗਾ ਜਾਂ ਸਮਥਿੰਗ, ਜਾਂ ਆਈ ਡੋਂਟ ਨੋ ਪਾਣੀ ਉੱਥੇ ਕਿੱਦਾਂ ਆਇਆ। ਇੱਥੇ ਤੁਸੀਂ ਦੇਖੋਗੇ ਵੀ ਹੁਣ ਇੱਕ ਬੱਚਾ ਆਉਂਦਾ ਆ ਅਤੇ ਉਹ ਇੱਥੇ ਟਹਿਲਦਾ ਆ,
ਇੱਧਰ ਉੱਧਰ ਘੁੰਮਦਾ ਆ। ਅਤੇ ਪਰ ਜਦੋਂ ਉਹਨੇ ਪਰਲੀ ਸਾਈਡ ਤੋਂ ਵਾਪਸ ਆਉਣਾ ਉਦੋਂ ਉਹਦੇ ਪਿੱਛੋਂ ਦੀ ਉਹਨੂੰ ਧੱਕਾ ਪੈਂਦਾ ਆ। ਅਤੇ ਤੁਸੀਂ ਦੇਖ ਸਕਦੇ ਆ ਬੱਚੇ ਦੀ ਪਰਛਾਈ ਬਿਲਕੁਲ ਥੱਲੇ ਆ, ਯਾਨੀ ਕਿ ਸੂਰਜ ਜਿਹੜਾ ਸਿਰ ਦੇ ਉੱਤੇ ਆ। ਅਤੇ ਇੱਕ ਸ਼ੈਡੋ ਹੋਰ ਆਏਗੀ ਉਹਦੇ ਪਿੱਛੋਂ ਦੀ ਅਤੇ ਉਹਨੂੰ ਆ ਕੇ ਮਾਰਦੀ ਹੈ। ਅਤੇ ਫਿਰ ਜਿਵੇਂ ਉਹਦੇ ਨਾਲ ਹੈਪਨ ਹੋਇਆ, ਬੱਚਾ ਆਪਣੇ ਮਾਂ ਪਿਓ ਨੂੰ ਕਹਿੰਦਾ ਜਾਂ ਕਿਸੇ ਨੂੰ ਕਹਿੰਦਾ, ਚਲੋ ਅਗਲੇ ਫਿਰ ਕੈਮਰੇ 'ਚ ਦੇਖਦੇ ਆ ਕੀ ਹੋਇਆ। ਅਤੇ ਉਹ ਫਿਰ ਇੱਦਾਂ ਯਾਨੀ ਕਿ ਅਪਲੋਡ ਕਰ ਦਿੰਦੇ ਆ ਸਕੇਰੀ ਵੀਡੀਓ ਜਾਂ ਸਮਥਿੰਗ ਸਾਈਡ 'ਤੇ ਲਿਖ ਕੇ। ਪਰ ਇਹ CCTV ਕੈਮਰੇ ਦੀ ਫੁਟੇਜ ਆ, ਉਹ ਦੇਖ ਸਕਦੇ ਆ। ਜਿਹੜਾ ਉਹਨਾਂ ਦੇ ਘਰੇ ਕੈਮਰਾ ਨੰਬਰ 4 ਸੀ ਉਹਦੇ ਤੋਂ ਇਹ ਵੀਡੀਓ ਆਈ ਹੋਈ ਹੈ। ਅਤੇ ਆਹ ਹੁਣ ਤੁਸੀਂ ਦੇਖੋਗੇ ਉਹਨੇ ਜਦੋਂ ਇੱਧਰਲੀ ਸਾਈਡ ਤੋਂ ਵਾਪਸ ਆਉਣਾ ਆ, ਉਦੋਂ ਪਿੱਛੋਂ ਇੱਕ ਸ਼ੈਡੋਮੈਨ ਆਉਣਾ ਅਤੇ ਉਹਨੇ ਉਹਨੂੰ ਧੱਕਾ ਜਿਹੜਾ ਮਾਰਨਾ ਆ। ਇਹ ਹੁਣ ਤੁਸੀਂ ਦੇਖੋਗੇ, ਆਹ ਦੇਖੋ ਜਦੋਂ ਇੱਧਰੋਂ ਆ ਰਿਹਾ, ਆ ਰਿਹਾ, ਉਹਦੀ ਛਾਂ ਬਿਲਕੁਲ ਥੱਲੇ ਆ, ਪਰ ਉਹ ਪਿੱਛੋਂ ਇੱਕ ਹੋਰ ਸ਼ੈਡੋ ਆ ਰਹੀ, ਉਹ ਦੇਖੋ ਉਹ ਉਹਨੇ ਆ ਕੇ ਮਾਰਿਆ ਉਹਦੇ। ਸੋ ਇਸ ਤਰ੍ਹਾਂ ਬਹੁਤ ਸਾਰੇ ਤੁਹਾਨੂੰ ਫੁਟੇਜ ਮਿਲ ਜਾਂਦੇ ਆ। ਹੁਣ ਤੁਸੀਂ ਥੋੜ੍ਹਾ ਸਲੋ ਮੋਸ਼ਨ ਦੇ ਵਿੱਚ ਵੀ ਦੇਖ ਸਕਦੇ ਆ। ਪਰਛਾਵਾਂ ਬੱਚੇ ਦਾ ਬਿਲਕੁਲ ਪੈਰਾਂ ਦੇ ਥੱਲੇ ਆ, ਕਿਉਂਕਿ ਸੂਰਜ ਬਿਲਕੁਲ ਸਿਰ 'ਤੇ ਆ ਇਹਦਾ ਮਤਲਬ। ਅਤੇ ਉਹ ਦੇਖੋ ਪਿੱਛੋਂ ਦੀ ਇੱਕ ਸ਼ੈਡੋ ਆਏਗੀ, ਉਹ ਆ ਗਈ ਅਤੇ ਉਹ ਉਹਨੇ ਉਹਦੇ ਮਾਰਿਆ। ਸੋ ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜੇ ਆ ਸਬੂਤ ਆ ਉਹ ਮਿਲ ਜਾਂਦੇ ਆ। ਆਹ ਦੁਬਾਰੇ ਫਿਰ ਦੇਖ ਲਓ। ਅਤੇ ਆਹ ਵੀ ਤੁਸੀਂ ਦੇਖ ਸਕਦੇ ਹੋ ਗੇਟ ਦੇ ਵਿੱਚੋਂ ਇੱਕ ਸ਼ੈਡੋਮੈਨ ਆ ਨਿਕਲਿਆ। ਉਹ ਦੇਖੋ ਇਹਨੇ ਸੜਕ ਕ੍ਰਾਸ ਕਰਨੀ ਆ ਅਤੇ ਸਾਰੇ ਟਰੱਕਾਂ ਦੇ ਵਿੱਚੋਂ ਉੱਦਾਂ ਹੀ ਲੰਘੀ ਜਾਂਦਾ, ਉਹਨੂੰ ਕੁਛ ਨਹੀਂ ਹੋ ਰਿਹਾ। ਅਤੇ ਬੜੇ ਆਰਾਮ ਦੇ ਨਾਲ ਉਹ ਸੜਕ ਪਾਰ ਕਰ ਰਿਹਾ ਸ਼ੈਡੋਮੈਨ। ਹੁਣ ਹੋ ਸਕਦਾ ਕਈ ਬੰਦੇ ਇੱਥੇ ਇਹ ਵੀ ਕਹਿਣ ਜੀ ਇਹ ਤਾਂ ਕੋਈ ਉਹ ਕੋਠੇ ਦੇ ਉੱਤੇ ਘੁੰਮ ਰਿਹਾ ਹੋਣਾ, ਉਹਦੀ ਪਰਛਾਈ ਪਈ ਹੋਈ ਹੈ। ਅਤੇ ਬੰਦਾ ਪੁੱਛੇ ਵੀ ਉਹ ਕੋਠੇ ਦੀ ਪਰਛਾਈ ਕਿੱਥੇ ਆ। ਫਿਰ ਦੂਜੀ ਗੱਲ ਇਹ, ਜਦੋਂ ਕੋਈ ਪਰਛਾਵਾਂ ਪੈ ਰਿਹਾ ਹੁੰਦਾ ਉਹ ਗੱਡੀਆਂ ਦੇ ਉੱਤੋਂ ਦੀ ਲੰਘਦਾ ਪਰਛਾਵਾਂ, ਤੁਹਾਡਾ ਗੱਡੀ ਦੇ ਵਿੱਚੋਂ ਦੀ ਕਦੀ ਨਹੀਂ ਲੰਘਦਾ। ਸੋ ਆਹ ਤੁਸੀਂ ਦੇਖ ਸਕਦੇ ਆ ਉਹ ਗੱਡੀਆਂ ਗੁੱਡੀਆਂ ਦੇ ਵਿੱਚੋਂ ਵੀ ਲੰਘੀ ਜਾਂਦਾ। ਇਹ ਸ਼ੈਡੋਮੈਨ ਆ, ਇਹ ਭੂਤ ਹੀ ਆ। ਸੋ ਇਸ ਤਰ੍ਹਾਂ ਦੇ ਤੁਹਾਨੂੰ ਬਹੁਤ ਜ਼ਿਆਦਾ ਜਿਹੜੇ ਆ ਸਬੂਤ ਦੁਨੀਆ 'ਤੇ ਮਿਲ ਜਾਂਦੇ। ਇਹ ਵੀ CCTV ਕੈਮਰੇ ਦਾ ਹੀ ਇੱਕ ਫੁਟੇਜ ਹੈ। ਸੋ ਆਹ ਤੁਸੀਂ ਹੁਣ ਦੇਖ ਸਕਦੇ ਆ ਇੱਕ ਹੌਸਪੀਟਲ ਦੇ ਵਿੱਚੋਂ ਆਤਮਾ ਨਿਕਲਦੀ ਹੋਈ ਮੁਰਦੇ ਦੇ ਵਿੱਚੋਂ। ਆਹ ਦੇਖੋ ਉੱਠ ਪਿਆ ਆ ਅਤੇ ਇਹ ਉਹ ਡੋਰ ਵੱਲ ਨੂੰ ਚਲੇ ਗਿਆ ਆ। ਅਤੇ ਹੁਣ ਆ ਤੁਹਾਨੂੰ ਰੈੱਡ ਮਾਰਕ ਕਰਕੇ ਵੀ ਦਿਖਾਉਂਦੇ ਆ, ਧਿਆਨ ਦੇ ਨਾਲ ਦੇਖਿਓ। ਆਹ ਦੇਖੋ ਉਹ ਉੱਠ ਕੇ ਬਹਿ ਗਿਆ ਆਤਮਾ ਜਿਹੜੀ ਆ, ਅਤੇ ਇਹ ਉਹ ਡੋਰ ਦੇ ਵੱਲ ਨੂੰ ਉਹ ਉੱਡ ਕੇ ਨਿਕਲ ਗਈ ਆ। ਇਹ ਉਹ ਦੇਖੋ। ਸੋ ਹੁਣ ਤੁਹਾਨੂੰ ਇੱਕ ਵਾਰੀ ਜ਼ੂਮ ਕਰਕੇ ਵੀ ਦਿਖਾਉਂਦੇ, ਇਹ ਵੀ CCTV ਕੈਮਰੇ ਦੇ ਉੱਤੋਂ ਹੀ ਆ। ਆਤਮਾ ਉੱਠ ਪਈ ਹੈ ਅਤੇ ਆਹ ਉਹਦੇ ਵਿੱਚੋਂ ਨਿਕਲ ਕੇ ਉਹਨੇ ਉੱਡ ਕੇ ਅਤੇ ਚਲੀ ਜਾਣਾ। ਇਹ ਵੀ CCTV ਕੈਮਰੇ ਦੇ ਵਿੱਚੋਂ ਹੀ ਆ। ਸੋ ਆਹ ਇੱਕ ਹੋਰ ਤੁਹਾਨੂੰ ਦਿਖਾਉਂਦੇ ਆ ਸਬੂਤ। ਆਹ ਤੁਸੀਂ ਰੁੱਖ ਦੇ ਲਾਗੋਂ ਦੇਖੋਗੇ ਇੱਕ ਚਿੱਟੀ ਸ਼ੈਡੋ, ਬੰਦਾ ਤੁਰਨਾ ਸ਼ੁਰੂ ਹੁੰਦਾ ਅਤੇ ਸੜਕ ਪਾਰ ਕਰਦਾ। ਦੇਖੋ ਉਹ ਤੁਹਾਨੂੰ ਦਿਖ ਰਿਹਾ ਹੋਏਗਾ। ਅਗਰ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਤਾਂ ਆ ਹੁਣ ਨਾਲ ਹੀ ਰੈੱਡ ਦੇ ਵਿੱਚ ਵੀ ਮਾਰਕ ਕਰਕੇ ਤੁਹਾਨੂੰ ਦਿਖਾਉਂਦੇ ਆ, ਰੈੱਡ ਸਰਕਲ ਦੇ ਵਿੱਚ। ਅਤੇ ਇਹ ਆਹ ਦੇਖੋ ਰੈੱਡ ਸਰਕਲ ਦੇ ਵਿੱਚ ਤੁਸੀਂ ਦੇਖ ਸਕਦੇ ਆ ਬੰਦਾ ਰੁੱਖ ਦੇ ਲਾਗੋਂ ਨਿਕਲਿਆ ਸੀ, ਆਹ ਸੜਕ ਪਾਰ ਕਰ ਰਿਹਾ ਆ। ਅਤੇ ਆਹ ਹੁਣ ਸੜਕ ਦੇ ਵਿਚਾਲਲੀ ਜਿਹੜੀ ਚਿੱਟੀ ਟੁੱਟਵੀਂ ਲਾਈਨ ਆ ਉਹਨੂੰ ਪਾਰ ਕਰ ਚੁੱਕਾ ਆ ਅਤੇ ਆ ਜਾ ਰਿਹਾ ਸੜਕ ਦੇ ਦੂਜੇ ਪਾਸੇ। ਸੋ ਇਸ ਤਰ੍ਹਾਂ ਜਿਹੜੀਆਂ ਆਵਗਤ ਰੂਹਾਂ ਨੇ ਉਹ ਬਥੇਰੀਆਂ ਤੁਰੀਆਂ ਫਿਰਦੀਆਂ ਨੇ। ਆ ਹੁਣ ਤੁਹਾਨੂੰ ਇੱਕ ਵਾਰੀ ਜ਼ੂਮ ਕਰਕੇ ਵੀ ਦਿਖਾ ਦਿੰਦੇ ਹਾਂ। ਹੋਪ ਤੁਹਾਨੂੰ ਹੁਣ ਚੰਗੀ ਤਰ੍ਹਾਂ ਦੇਖ ਰਿਹਾ ਹੋਏਗਾ। ਅਤੇ ਸਲੋ ਮੋਸ਼ਨ ਦੇ ਵਿੱਚ ਆ ਹੁਣ ਤੁਹਾਨੂੰ ਕਰਕੇ ਜ਼ੂਮ ਕਰਕੇ ਅਤੇ ਸਲੋ ਮੋਸ਼ਨ ਦੇ ਵਿੱਚ ਕਰਕੇ ਦਿਖਾ ਰਹੇ ਵੀ CCTV ਕੈਮਰੇ ਦਾ ਹੀ ਫੁਟੇਜ ਆ। ਅਤੇ ਗੁਰੂ ਸਾਹਿਬ ਨੇ ਬਾਰ-ਬਾਰ ਜ਼ਿਕਰ ਕੀਤਾ ਆ, ਪਸ ਪੰਖੀ ਭੂਤ ਅਰ ਪ੍ਰੇਤਾ ਬਹੁ ਵਿਧ ਜੋਨ ਫਿਰਤ ਅਨੇਤਾ,
ਅਰਥ ਤੁਸੀਂ ਪੜ੍ਹ ਸਕਦੇ ਆ, ਜਿਹਨੇ ਵੀ ਪੜ੍ਹਨੇ ਆ ਪੌਜ਼ ਕਰਕੇ 3 ਵਿਦਵਾਨਾਂ ਦੇ ਲਿਖੇ ਹੋਏ ਆ। ਜਾਪ ਸਾਹਿਬ ਦੇ ਵਿੱਚ ਵੀ ਮਹਾਰਾਜ ਸਾਹਿਬ ਕਹਿੰਦੇ ਆ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ਨਮੋ ਰੋਗ ਹਰਤਾ। ਅਤੇ ਆਹ ਪੰਕਤੀਆਂ ਜਿਹੜੀਆਂ ਮੈਂ ਹੁਣ ਤੁਹਾਨੂੰ ਦਿਖਾ ਰਿਹਾ, ਮੈਂ ਪਹਿਲਾਂ ਹੀ ਬੋਲ ਚੁੱਕਾ ਸੀ। ਅਤੇ ਕਹਿਣ ਤੋਂ ਭਾਵ ਸੀ ਜਿਨ੍ਹਾਂ ਦਾ ਧਿਆਨ ਅੰਤ ਵੇਲੇ ਘਰਾਂ ਦੇ ਵਿੱਚ ਰਹਿ ਜਾਂਦਾ ਉਹ ਮਰ ਕੇ ਭੂਤ ਬਣਦੇ ਆ। ਮੈਂ ਤੁਹਾਨੂੰ ਆਲਰੇਡੀ ਦੱਸਿਆ ਸੀ, ਪਰ ਆਹ ਤੁਸੀਂ ਅਰਥ ਵੀ 3 ਵਿਦਵਾਨਾਂ ਦੇ ਲਿਖੇ ਹੋਏ ਆ, ਪੜ੍ਹ ਸਕਦੇ ਆ। ਅਤੇ ਮੈਂ ਤੁਹਾਨੂੰ ਉਹ ਵੀਡੀਓ ਵੀ ਦਿਖਾਵਾਂਗਾ ਜਿਹਦੇ ਵਿੱਚ ਉਹ ਭੂਤ ਫਿਰ ਬੋਲਦਾ ਆ ਕਿਸੇ ਦੇ ਵਿੱਚ ਆ ਕੇ ਵੀ ਇਹ ਘਰ ਮੈਂ ਬਾਏ ਕੀਤਾ ਹੋਇਆ ਅਤੇ ਤੁਸੀਂ ਸਾਰੇ ਇੱਥੋਂ ਗੈਟ ਆਊਟ ਹੋ ਜਾਓ। ਸਾਰਾ ਸਬੂਤ ਵੀ ਇੱਦਾਂ ਹੁੰਦਾ ਆ। TV ਚੈਨਲ ਦੀ ਉਹ ਸਾਰੀ ਰਿਪੋਰਟ ਆ ਅਸਲੀ, ਅਤੇ ਤੁਹਾਨੂੰ ਦਿਖਾਉਂਦੇ ਆ। ਅਤੇ ਇੱਕ ਮੇਰੀ ਬੇਨਤੀ ਆ ਵੀ ਕੋਈ ਜਾਣਾ ਇਹ ਸਾਰੀ ਵੀਡੀਓ ਜਿਵੇਂ ਢੱਡਰੀਆਂ ਵਾਲਾ ਜਾਂ ਜਿਹੜੇ ਮਸ਼ੀਨਰੀ ਅਨਪੜ੍ਹ ਪ੍ਰੋਫੈਸਰ ਆ ਜਿਹੜੇ ਗੱਲਾਂ ਨੂੰ ਮੰਨਦੇ ਨਹੀਂ, ਅਤੇ ਉਹਨਾਂ ਨੂੰ ਪੰਜਾਬੀ 'ਚ ਕਰਕੇ ਕੋਈ ਜਾਣਾ ਜ਼ਰੂਰ ਨਾਲ ਬਹਿ ਕੇ ਦੱਸ ਦਿਓ। ਨਹੀਂ ਤਾਂ ਅਨਪੜ੍ਹ ਪ੍ਰੋਫੈਸਰਾਂ ਨੇ ਅਤੇ ਅਨਪੜ੍ਹ ਢੱਡਰੀ ਦੇ ਦਿਮਾਗ 'ਚ ਫੇਰ ਨਹੀਂ ਪੈਣੀਆਂ ਇਹ ਗੱਲਾਂ ਵੀ ਕੀ ਇਹ ਕਹਿ ਕੀ ਰਹੇ ਨੇ ਗੋਰੇ ਜਿਹੜੇ ਆ ਜੋ ਕੁਝ ਦਿਖਾਇਆ ਜਾ ਰਿਹਾ। ਅਤੇ ਆਓ ਵੇਖੀਏ। You didn't know what was coming next, and that's a very undermining feeling of never knowing that the ground or the rug is being pulled out from under you. So you didn't know what to expect, so you were always aware. So the stress level was very high. The ghastly events escalated. The Batesels claimed they were attacked by small objects hurled about the house by unseen forces. I had some friends over for lunch, and just out of nowhere, the bathtub stopper, a round bathtub stopper, just came flying between 2 of us that were seated at the table as though someone just threw it. The moving objects became even more threatening. One night, Bob and Beth were paralyzed with fear as they watched a lit cigarette drift down from the ceiling. We just didn't know what to do because we didn't know whether to reach out and grab it, if someone were actually holding it that we just didn't see. If it hit the floor, would it start a fire? We just didn't know what to do. The enormous stress from incidents like this forced Beth, who had never believed in ghosts, to confront what seemed very much like a haunting. Word of the Batesels' ghost spread, and a spiritual group interested in paranormal activities asked to conduct a seance in their home. Bob and Beth, at a loss for an alternative, agreed. We felt we were drowning in a sea of phenomena that we could not explain. We had never had this before, we didn't know anything about it at the time, and we needed help. The group gathered with Beth and Bob around the dining room table. They closed their eyes and joined hands. When the psychic called out to the spirits, the ghost began to speak through her. Beth secretly taped the proceedings. Can you tell us your name? It's my land, and you get out. Well, if we could investigate to see if it is your land, maybe we would get out, but you have to help us and tell us what your name is. My name is George Baxter. George Baxter? This land belonged to me. I bought it in the year 1872. Now you look that up, mister. We will, George. The next day, Beth went to the New Brunswick Library to research the history of the house. She discovered that George Baxter had bought the land in 1872. Beth was stunned, but Bob remained skeptical until a few weeks later, when they found threats written in lipstick and marker on walls and mirrors. Now, Bob was certain that his house was haunted. The angry ghost became brazen, scribbling harrowing messages to the family. What you see here are the actual notes that Bob claims were written by the ghost. As the alleged hauntings escalated, the Batesels could no longer keep their 8-year-old daughter safe from the ghost. I knew something was going on. You'd have to be an idiot not to know something was going on when on your 8th birthday you wake up in the morning and there are red crosses all over the walls and the words "Go Dead" written. In 1972,
Beth gave birth to their second daughter, Lisa. The threat to both children loomed larger. According to Leah Batesel, by that time, the ghost had already done irreparable damage to her childhood. Beth grew to hate the house too. She knew her daughters were frightened, and she felt that she had no way to protect them. When you touch my child, that's the line. And that's what happened. There were a number of incidents, couple in particular, that were very, very focused on our children, and we felt that that was it and we had to leave. Unwilling to do battle with their ghost any longer, the Batesels packed up all of their belongings and moved, certain they were leaving the violent spirit behind. Their desperate attempt to escape only took them deeper into the unexplained. Bob and Beth Batesel and their two young daughters fled their home in New Brunswick, New Jersey, believing that they were escaping the terror of the ghost that haunted them there. For 4 years, the Batesels lived in this house, where they were harassed almost daily by ghostly threats. ਸੋ ਗੁਰੂ ਪਿਆਰਿਓ, ਅਖੀਰ ਤੇ ਮੇਰੀ ਬੇਨਤੀ ਆ, ਜੋ ਪ੍ਰੈਕਟੀਕਲ ਤੁਹਾਨੂੰ ਕਰਕੇ ਦਿਖਾਇਆ ਸੀ ਇਹ ਤੁਸੀਂ ਆਪ ਵੀ ਕਰਕੇ ਦੇਖ ਸਕਦੇ ਆ, ਆਲਰੇਡੀ ਤੁਹਾਨੂੰ ਦੱਸਿਆ ਹੋਇਆ। ਤੇ ਦੂਜੀ ਬੇਨਤੀ ਇਹ ਆ ਵੀ ਜਿਹੜੇ ਅਨਪੜ੍ਹ ਆਪਣੇ ਆਪ ਨੂੰ ਪ੍ਰੋਫੈਸਰ ਬਣੀ ਫਿਰਦੇ ਆ ਮਸ਼ੀਨਰੀ ਤੇ ਢੱਡਰੀਆਂ ਵਾਲਾ ਜਿਹੜਾ ਆ, ਇਹਨਾਂ ਦੀ ਨਾ ਤੇ ਕੋਈ ਸਕੂਲ ਦੀ ਪੜ੍ਹਾਈ ਆ, ਨਾ ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਲਿਖਿਆ, ਤੇ ਨਾ ਹੀ ਇਹਨਾਂ ਨੂੰ ਕੋਈ ਸਾਇੰਸ ਬਾਰੇ ਨੌਲੇਜ ਆ। ਸੋ ਇਹੋ ਜਿਹੇ ਮੂਰਖਾਂ ਕੋਲੋਂ ਬਚ ਕੇ ਰਹੋ, ਤੇ ਜਿਹੜੀਆਂ ਅਵਗਤ ਰੂਹਾਂ ਜਾਂ ਹੋਰ ਇਹੋ ਜਿਹੀਆਂ ਚੀਜ਼ਾਂ, ਇਹਨਾਂ ਕੋਲੋਂ ਕਿਸੇ ਕੋਲੋਂ ਡਰਨ ਦੀ ਲੋੜ ਨਹੀਂ। ਬਾਣੀ ਪੜ੍ਹੋ, ਅੰਮ੍ਰਿਤਧਾਰੀ ਹੋਵੋ, ਤਿਆਰ ਪਰ ਤਿਆਰ ਰਹੋ। ਤੇ ਜੇ ਕੋਈ ਇਹੋ ਜਿਹਾ ਹੈਪਨ ਵਾਪਰਦਾ ਵੀ ਤੁਸੀਂ ਇਹਨਾਂ ਨੂੰ ਜੁੱਤੀ ਅੱਗੇ ਲਾ ਕੇ ਭਜਾ ਸਕਦੇ ਆ, ਤੁਹਾਡਾ ਕੁਛ ਨਹੀਂ ਵਿਗਾੜ ਸਕਦੇ। ਅੰਮ੍ਰਿਤਧਾਰੀ ਹੋਵੋ, ਤਿਆਰ ਪਰ ਤਿਆਰ ਰਹੋ, ਗੁਰੂ ਵਾਲੇ ਬਣੋ। ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ ਮੈਂ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।